साहिब जियो ऐसे जन विरले संसारी गुर शब्द विचारें रहें निरारे आप तरें संगत कुल तारें तिन सफल जन्म जग आया आप तरें संगत कुल तारें तिन सफल जन्म जग आया जुगो जुग अटल चवर तखत दे मालक गुरता गद्दी ते सुभाईमान धन धन श्री गुरु ग्रंथ साहिब सच्चे पातशाह जी दी पावन पवित्र हजूरी दे अंदर असी सारे सिख कौम दे महान विद्वान सत्कारयोग ज्ञानी तरजीत सिंह जी करनाल वाले उन्हां दी पावन मिठी याद नूं बड़ी शरधा भावना दे नाल मना रहे हाँ। आप जी नूं सब तो पहला बीबी कमलजीत कौर गुरविंदर कौर मस्कीन ने रब्बी बाणी दे कीर्तन राही निहाल कीता। उपरंत सत्कारयोग ज्ञानी जी दियां सपुत्रियां ने आप जी नूं रब्बी बाणी दे शब्द नाल जोड़िया। आओ कुछ कुछ समा गुरमत विचारां लई बख्शिश होया है। समय विच रहिंदे होए गुरमत विचारां दी सांझ पाउणी है। विचारां दी लड़ी नूं आरंभण तो पहला एक बार आप जी सारे मन दीयां बिरतियां इकागर करो ते गुरु फतेह दी सांझ पाओ। वाहिगुरु जी का खालसा वाहिगुरु जी की फतेह। असी जितने गुरु दरबार विच बैठे हाँ या इस संसार ते जेड़ा भी आउंदा है साडे सारियां दे नाल चार पक्ष जुड़े ने। वो चार पक्ष केड़े ने? समाजिक, धार्मिक, राजनीतिक ते आर्थिक। एक मैं बेनती करां, एक मां दे गर्भ तो दो जुड़वा बच्चे पैदा होंदे ने पर किसी दा कदी भी कोई पक्ष आपस दे विच मेल नहीं खाउंदा। चार पक्ष ने, समाजिक, धार्मिक, राजनीतिक ते आर्थिक। किसी दा कोई पक्ष किसी नाल मेल नहीं खाउंदा। समय भावें घट है, एक पक्ष मैं लैके चलांगा, वो है आर्थिक पक्ष। आर्थिक पक्ष कहंदे ने माया वाले पक्ष नूं। आप जी सुखमनी साहब दा पाठ करदे हो। पातशाह कहंदे कई कोट घालें थक पाहें, कई कोट बैठत ही खाएं। परमात्मा दी साजी कुदरत अंदर
ਕਈਆਂ ਕੋਲ ਇਤਨਾ ਧਨ ਹੈ ਕਿ ਬਹਿ ਕੇ ਖਾਂਦੇ ਨੇ, ਕਈਆਂ ਕੋਲ ਇਤਨਾ ਧਨ ਹੈ ਕਿ ਕਈਆਂ ਕੋਲ ਇਤਨਾ ਧਨ ਹੈ ਕਿ ਬਹਿ ਕੇ ਖਾਂਦੇ ਨੇ, ਤੇ ਕਈ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਸ਼ੱਕਤ ਕਰਦੇ ਨੇ, ਮਿਹਨਤ ਕਰਦੇ ਨੇ, ਤਾਂ ਵੀ 2 ਵਕਤ ਦੀ ਰੋਟੀ ਨਹੀਂ ਮਿਲਦੀ। ਸੋਦਰ ਦਾ ਪਾਠ ਕਰਦੇ ਹੋ, ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਆਸਾ ਕੀ ਵਾਰ ਦਾ ਆਪ ਜੀ ਕੀਰਤਨ ਪੜ੍ਹਦੇ ਸੁਣਦੇ ਹੋ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸੰਵੰਨ ਇੱਕ ਉੱਪਰ ਰਹਿਣ ਖੜੇ। ਆ ਗਿਆ ਨਾ ਫਰਕ। ਤਾਂ ਜ਼ਿੰਦਗੀ ਆਰਥਿਕ, ਸਮਾਜਿਕ, ਰਾਜਨੀਤਿਕ, ਧਾਰਮਿਕ ਪੱਖ ਵਿੱਚ ਫਰਕ ਰਹਿੰਦਾ ਹੈ। ਇੱਕ ਦਰਖਤ ਨੂੰ 2 ਫਲ ਲੱਗਦੇ ਨੇ, ਵੇਖਣ ਵਿੱਚ ਇਕਸਾਰ ਨੇ, ਪਰ ਦੇਖਣਾ ਸਵਾਦ ਦੇ ਵਿੱਚ ਫਰਕ ਹੋਏਗਾ। ਇੱਕ ਮਾਂ ਦੇ ਗਰਭ ਤੋਂ ਜੁੜਵਾ ਬੱਚਿਆਂ ਨੇ ਜਨਮ ਲਿਆ, ਕਦੀ ਸ਼ਕਲ ਨਹੀਂ ਮਿਲਦੀ। ਚਲੋ ਜੇ ਸ਼ਕਲ ਮਿਲ ਜਾਏ, ਅਕਲ ਨਹੀਂ ਮਿਲਦੀ, ਵਿਚਾਰ ਨਹੀਂ ਰਲਦੇ, ਬਲੱਡ ਗਰੁੱਪ ਨਹੀਂ ਮੈਚ ਕਰਦਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਗੱਲ ਬੜੀ ਬਰੀਕ ਹੈ। ਤਾਂ ਜ਼ਿੰਦਗੀ ਅਸਮਾਨਤਾ ਰਹਿੰਦੀ ਹੈ, ਫਰਕ ਰਹਿ ਜਾਂਦਾ ਹੈ। ਪਰ ਗੁਰੂ ਪਿਆਰੀ ਸਾਧ ਸੰਗਤ, ਬਾਬਾ ਕਬੀਰ ਸਾਹਿਬ ਕਹਿੰਦੇ ਭਾਵੇਂ ਸਾਰੀ ਜ਼ਿੰਦਗੀ ਅਸਮਾਨਤਾ ਰਵੇ, ਸਮਾਜਿਕ ਪੱਖ ਤੋਂ, ਧਾਰਮਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਆਰਥਿਕ ਪੱਖ ਤੋਂ, ਪਰ ਜਿਹੜੀ ਮੌਤ ਹੈ ਨਾ, ਮੌਤ ਉਹ ਸਾਰਿਆਂ ਲਈ ਸਮਾਨ ਹੈ। ਐਸੋ ਇਹ ਸੰਸਾਰ ਵਿਖਣਾ, ਰਹਿਨ ਨ ਕੋ ਪਈਐ ਰੇ, ਸੂਦੇ ਸੂਦੇ ਰੇ ਚਲੋ ਤੁਮ ਨਦਰ ਕੁਦੱਕਾ ਦੇ ਵਈਐ ਰੇ, ਬਾੜੇ ਬੋੜੇ ਤਰਨੇ ਭਈਆ ਸਭੂ ਜਮ ਲੈ ਜਈਆ ਰੇ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਸਾਰੀ ਜ਼ਿੰਦਗੀ ਅਸਮਾਨਤਾ ਰਵੇ, ਕੋਈ ਅਮੀਰ, ਕੋਈ ਗਰੀਬ, ਕੋਈ ਰਾਜਾ, ਕੋਈ ਰੰਕ, ਕੋਈ ਛੋਟਾ, ਕੋਈ ਵੱਡਾ, ਪਰ ਮੌਤ ਤਾਂ ਸਾਰਿਆਂ ਲਈ ਬਰਾਬਰ ਹੈ। ਰਾਜਾ ਪਰਜਾ ਸਮ ਕਰ ਮਾਰੈ, ਮੌਤ ਸਾਰਿਆਂ ਲਈ ਬਰਾਬਰ ਹੈ। ਰਾਜਾ ਪਰਜਾ ਸਮ ਕਰ ਮਾਰੈ। ਜਿਹੜਾ 5 ਭੂਤਕ ਸਰੀਰ ਧਾਰਨ ਕਰਕੇ ਇਸ ਸੰਸਾਰ ਤੇ ਆਇਆ ਹੈ, ਇੱਕ ਦਿਨ ਜਾਣਾ ਹੈ। ਸਤਿਕਾਰਯੋਗ ਗਿਆਨੀ ਤਰਜੀਤ ਸਿੰਘ ਜੀ ਦੇ ਮੈਂ ਬਚਨ ਦੁਹਰਾ ਦਿਆਂ। ਉਹ ਅਕਸਰ ਕਿਹਾ ਕਰਦੇ ਸਨ, ਅਸੀਂ ਜਿਤਨੇ ਬੈਠੇ ਹਾਂ, ਸਾਡੀ ਕੋਈ ਗੱਲ ਭਾਵੇਂ ਰਲੇ ਨਾ ਰਲੇ, ਪਰ 2 ਚੀਜ਼ਾਂ ਸਾਡੇ ਸਾਰਿਆਂ ਦੇ ਵਿੱਚ ਬਰਾਬਰ ਨੇ। ਕਿਹੜੀਆਂ? ਸਾਡੇ ਸਾਰਿਆਂ ਦੇ ਸਿਰ ਤੇ ਕਾਲ ਹੈ। ਕਾਲ ਕਹਿੰਦੇ ਨੇ ਮੌਤ ਨੂੰ। ਸਾਡੇ ਸਾਰਿਆਂ ਦੇ ਸਿਰ ਤੇ ਕਾਲ ਹੈ, ਜੋ ਉਪਜਿਓ ਸੋ ਬਿਨਸ ਹੈ। ਤੇ ਸਾਡੇ ਸਾਰਿਆਂ ਦੇ ਅੰਦਰ ਅਕਾਲ ਹੈ। ਅਕਾਲ ਕਹਿੰਦੇ ਨੇ ਪਰਮਾਤਮਾ ਨੂੰ। ਅਕਸਰ ਗਿਆਨੀ ਜੀ ਇਹ ਬਚਨ ਦੁਹਰਾਇਆ ਕਰਦੇ ਸਨ, ਸਭ ਦੇ ਸਿਰ ਤੇ ਕਾਲ, ਸਭ ਦੇ ਅੰਦਰ ਅਕਾਲ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਿਹੜਾ 5 ਭੂਤਕ ਸਰੀਰ ਧਾਰਨ ਕਰਕੇ ਆਇਆ, ਇੱਕ ਦਿਨ ਜਾਣਾ ਹੈ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਗੁਰੂ ਪਿਆਰੀ ਸਾਧ ਸੰਗਤ, ਇਹ ਗੱਲ ਸੀ ਅਸਤੂਲ ਸਰੀਰ ਦੀ। ਜਿਹੜਾ ਤੁਸੀਂ ਮੇਰਾ ਵੇਖ ਰਹੇ ਹੋ, ਮੈਂ ਤੁਹਾਡਾ ਵੇਖ ਰਿਹਾ। ਇਹ ਸਰੀਰ ਬਿਨਸਨਹਾਰ ਹੈ, ਸਭ ਦਾ ਜਾਣਾ ਹੈ। ਪਰ ਇਸ ਪੰਕਤੀ ਤੋਂ ਬਾਅਦ ਬਾਬਾ ਕਬੀਰ ਸਾਹਿਬ ਨੇ ਸੂਖਸ਼ਮ ਤਨ ਦੀ, ਅੰਦਰ ਦੀ ਖੇਡ ਦੀ ਗੱਲ ਕੀਤੀ। ਕਹਿਣ ਲੱਗੇ ਹਰ ਕੇ ਸੇਵਕ ਜੋ ਹਰ ਭਾਏ। ਇੱਕ ਯਾਤਰਾ ਹੈ ਤਨ ਦੀ। ਤਨ ਖਾਕ ਵਿੱਚੋਂ ਆਇਆ ਤੇ ਖਾਕ ਵਿੱਚ ਜਾ ਕੇ ਰਲ ਜਾਣਾ ਹੈ। ਖਾਕ ਕਹਿੰਦੇ ਨੇ ਮਿੱਟੀ ਨੂੰ। ਮਿੱਟੀ ਵਿੱਚੋਂ ਖੁਰਾਕ ਪੈਦਾ ਹੁੰਦੀ ਹੈ, ਖੁਰਾਕ ਵਿੱਚੋਂ ਖੂਨ, ਤੇ ਇੱਕ ਦਿਨ ਤਨ ਨੇ ਖਾਕ ਹੋ ਜਾਣਾ ਹੈ। ਕਬੀਰ ਧੂਲ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਤਨ ਦੀ ਯਾਤਰਾ ਮਿੱਟੀ ਤੋਂ ਸ਼ੁਰੂ ਹੁੰਦੀ ਹੈ, ਮਿੱਟੀ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ। ਪਰ ਇੱਕ ਯਾਤਰਾ ਹੈ ਮਨ ਦੀ। ਜਿਤਨਾ ਪਰਮਾਰਥ ਹੈ, ਇਹ ਮਨ ਦੀ ਯਾਤਰਾ ਹੈ। ਇਸ ਤੋਂ ਪਹਿਲੇ ਕਿ ਤਨ
शमशान घाट पहुंचे, मन ने परमात्मा दे घाट पहुंचना है। मन की घाड़त होनी है गुरु के शब्द राही। आप जी जपजी साहब का पाठ करते हो, तिथे घड़ी है सुरत मत मन बुद्ध। सत्कारयोग ज्ञानी तरजीत सिंह जी तन की यात्रा सी, तन की यात्रा पूरी कर गए, पर उन्होंने संगत हुई सत्कारयोग बाबा हरबंस सिंह जी दी, जिन्हां बारे मेरे तो वधीक आप जी जानते हो, क्योंकि मैं कदी दर्शन नहीं किए। उन्हां दी शोभा ज्ञानी जी पासों सुनी है, उन्हां दी संगत हुई ते पातशाह बाणी विच लिखते ने, जानी संत की मित्राई। पता लग्या भी संत की मित्रता की होंदी है। ऐसी उन्होंने कृपा की, ऐसी कृपा की, ज्ञानी जी दे अंदर दी घाड़त नूं उन्होंने घड़िया, उन्हों दे मन नूं घड़िया। तन अजे उन्हों दा शमशान घाट नहीं पहुंचिया सी, उन्हों दा मन घड़ घड़ के परमात्मा दे घाट पहुंचा दिता। तन अजे सवाह नहीं होया सी, नाम जप के उन्हों दा मन नूर हो गया। मैं गुरु महाराज की हजूरी विच बेनती कर रहा, क्योंकि मैनू लंबा समा सत्कारयोग ज्ञानी जी दे नाल विचरण का सुभाग मिलिया। गुरु प्यारी साध संगत, जो मैं उन्हों का जीवन वेखिया वो मैनू पता है। उस अवस्था के मालक सन। गल वखरी ता जिंदगी उन्होंने निमरता विखाई, कदी नहीं कहा मैं पहुंच गया हाँ, बल्कि कहते रहे मेरे जान तो बाद भी मेरे लिए बेनती में शब्दों का कीर्तन करना कि अब की बार बख्श बंदे को, हम अवगुण भरे एक गुण नाही, गोबिंद हम ऐसे अपराधी, राख लियो हम ते बिगड़ी। पर वो पहुंच चुके सन। तन शमशान घाट पहुंचने तो पहले मन परमात्मा दे घाट पहुंच गया सी। महापुरुषों की संगत सदका मन घड़िया जा चुका सी। उन्होंने लिए फिर बाबा कबीर साहब कहते, हर के सेवक सत्कारयोग ज्ञानी जी वर्गे, हर के सेवक जो हर भाए, जिहड़े परमात्मा नूं भा गए, परमात्मा नूं चंगे लग गए, तिनकी कथा निरारी रे। उन्हां दी गल ही वखरी है। तो उन्हां बारे फिर की क्या कहने, आवे ना जाए न कबहू मरते, वो आवागमन तो मुक्त ने। सत्कारयोग ज्ञानी जी के एक बचन मैनू चेते आए। अक्सर ज्ञानी जी क्या करते सन कि जेड़ा होशियार बच्चा है ना, वो जिस दिन अखीरला पेपर दे के आउंदा है, अखीरला पेपर, शामी आके अपनिया किताबां वेच देंदा है ते छाती ठोक के बावां उच्चियां करके एक गल कहंदा है कि दुनिया दी कोई ताकत मैनू फेल नहीं कर सकती। इसे तरह असी गुरबाणी विचों वेखीए बाबा कबीर साहब, जिन्हां दी घाड़त घड़ी गई, तन अजे बिनसिया नहीं, तन अजे बिनसिया नहीं, मन पहुंच गया। किथे पहुंचिया, अब तो जाए चढ़े सिंहासन, मिले हैं सारंग पानी, राम कबीरा एक पे हैं, को न सके पछानी। गंगा कै संग सलता बिगरी, सो सलता गंगा होए निबरी, बिगड़ियो कबीरा राम दुहाई, साच पयो अन कतै न जाई। ओ बाबा कबीर साहब ने फिर छाती ठोक के कहा ना, बहुर हम काहे आवेंगे। होशियार बच्चा लास्ट पेपर दे के आउंदा, किताबां वेच देंदा है, कहते दुनिया की कोई ताकत मैनू फेल नहीं कर सकती। बाबा कबीर साहब पहुंचे, कबीर साहब पहुंचे ते कहन लगे दुनिया की कोई ताकत मैनू फेल नहीं कर सकती। बहुर हम काहे आवेंगे, आवन जाना हुक्म तिसे का। हाँ, रब ड्यूटी लावे, आवांगे संसार ते, संसार दे भले लई, पर वो कर्मां दे बदे जन्म मरण दे गेड़ विच नहीं। हर के सेवक जो हर पाए,
ਪ੍ਰਮਾਣ ਕੋਟ ਕਰਨ ਤੋਂ ਪਹਿਲੇ ਮੈਂ ਇੱਕ ਬੇਨਤੀ ਕਰਾਂ ਆਪ ਜੀ ਦੇ ਚਰਨਾਂ ਦੇ ਵਿੱਚ। ਇੱਕ ਬਾਣੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਰਾਮ ਕਲੀ ਸਦ। ਅਸੀਂ ਸੰਸਾਰੀ ਲੋਕ ਆਪਣੇ ਅਖੀਰਲੇ ਸਮੇਂ ਦੇ ਵਿੱਚ ਇੱਕ ਵਸੀਅਤ ਲਿਖਦੇ ਹਾਂ ਕਿ ਮੇਰੇ ਜਾਣ ਤੋਂ ਬਾਅਦ ਕੀ ਕੀ ਕਰਨਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜਦੋਂ ਅਖੀਰਲਾ ਸਮਾਂ ਆਇਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੇ ਪੜ੍ਹ ਪੋਤੇ ਬਾਬਾ ਸੁੰਦਰ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਦੱਸਿਆ ਮੇਰੇ ਜਾਣ ਤੋਂ ਬਾਅਦ ਕੀ ਕੀ ਕਰਨਾ ਹੈ। ਅੰਤੇ ਤੋਂ ਭਾਵ ਜਦੋਂ ਅਖੀਰਲਾ ਸਮਾਂ ਆ ਗਿਆ, ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਹਰ ਗੱਲ ਬਾਰੇ ਦੱਸਿਆ। ਉੱਤੇ ਗੁਰੂ ਅਮਰਦਾਸ ਜੀ ਨੇ ਇੱਕ ਬੜੀ ਕਿਰਪਾ ਕੀਤੀ। ਗੁਰੂ ਅਮਰਦਾਸ ਜੀ ਕਹਿਣ ਲੱਗੇ ਮੇਰੇ ਜਾਣ ਤੋਂ ਬਾਅਦ ਨਾ ਕਿਸੇ ਨੇ ਰੋਣਾ ਨਹੀਂ, ਕਿਸੇ ਨੇ ਰੋਣਾ ਨਹੀਂ। ਤੇ ਸਾਨੂੰ ਗਿਆਨੀ ਜੀ ਵੀ ਇਸ਼ਾਰਾ ਦੇ ਗਏ ਸਨ, ਕਹਿਣ ਲੱਗੇ ਸਾਡੇ ਜਾਣ ਤੋਂ ਬਾਅਦ ਰੋਣਾ ਨਹੀਂ। ਕਿਉਂ? ਇੱਕ ਕਾਰਨ ਹੈ, ਇੱਕ ਕਾਰਨ ਹੈ। ਉਹਦਾ ਕਾਰਨ ਮੈਂ ਤੁਹਾਨੂੰ ਦੱਸਣ ਲੱਗਾ। ਹੁਣੇ ਦਾਸ ਕਥਾ ਕਰ ਰਿਹਾ ਹੈ ਤੇ ਦਾਸ ਨੂੰ ਸਿਰੋਪਾਓ ਦੀ ਬਖਸ਼ਿਸ਼ ਹੋਈ ਹੈ। ਤੇ ਜਿਹੜੀ ਸੰਗਤ ਦੇ ਵਿੱਚ ਮੈਨੂੰ ਜਾਣਦੇ ਨੇ, ਜਿਹੜੇ ਮੇਰੇ ਪਿਆਰ ਵਾਲੇ ਨੇ, ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਭਾਈ ਸਾਹਿਬ ਜੀ ਨੂੰ ਸਿਰੋਪਾਓ ਦੀ ਬਖਸ਼ਿਸ਼ ਹੋਈ ਹੈ। ਗੁਰੂ ਅਮਰਦਾਸ ਜੀ ਕਹਿਣ ਲੱਗੇ ਮੇਰੇ ਜਾਣ ਤੋਂ ਬਾਅਦ ਇਸ ਕਰਕੇ ਨਹੀਂ ਰੋਣਾ, ਕਿਉਂਕਿ ਗੁਰੂ ਅੰਗਦ ਸਾਹਿਬ ਦੀ ਕਿਰਪਾ ਹੋ ਗਈ ਹੈ। ਅਜੇ ਮੇਰਾ ਤਨ ਬਿਨਸਿਆ ਨਹੀਂ, ਮੇਰਾ ਤਨ ਸ਼ਮਸ਼ਾਨ ਘਾਟ ਨਹੀਂ ਪਹੁੰਚਿਆ, ਪਰ ਗੁਰੂ ਅੰਗਦ ਸਾਹਿਬ ਦੀ ਕਿਰਪਾ, ਸ਼ਬਦ ਦੀ ਘਾੜਤ, ਮੇਰਾ ਮਨ ਘੜ ਘੜ ਕੇ ਪ੍ਰਮਾਤਮਾ ਦੇ ਘਾਟ ਪਹੁੰਚ ਗਿਆ। ਤੇ ਹੁਣ ਜਾਣਾ ਦਰਗਾਹ ਦੇ ਵਿੱਚ, ਤੇ ਦਰਗਾਹ ਦੇ ਵਿੱਚ ਪ੍ਰਮਾਤਮਾ ਨੇ ਮੈਨੂੰ ਸਿਰੋਪਾਓ ਪਾਣੇ ਨੇ, ਸਿਰੋਪਾਓ। ਤੇ ਜਦੋਂ ਮੈਨੂੰ ਸਿਰੋਪਾਓ ਪੈਣਗੇ ਤੁਹਾਨੂੰ ਖੁਸ਼ ਹੋਣਾ ਚਾਹੀਦਾ, ਰੋਣਾ ਨਹੀਂ ਚਾਹੀਦਾ। ਇਹ ਰਾਮਕਲੀ ਸਾਧ ਦੇ ਬਚਨ ਨੇ। ਮਿੱਤ ਪੈਜੈ, ਮਿੱਤ ਪੈਜੈ, ਮਿੱਤਰ ਨੂੰ ਸਿਰੋਪਾਓ ਪੈਂਦੇ ਨੇ। ਤੇ ਪਾਤਸ਼ਾਹ ਕਹਿੰਦੇ ਮਿੱਤ ਬਿਗਸੈ, ਮਿੱਤਰਾਂ ਨੂੰ ਖੁਸ਼ ਹੋਣਾ ਚਾਹੀਦਾ। ਤਾਂ ਹੀ ਬਾਬਾ ਕਬੀਰ ਨੇ ਕਿਹਾ ਕਬੀਰ ਸੰਤ ਮੋਏ ਕਿਆ ਰੋਈਐ, ਸੰਤਾਂ ਦੇ ਜਾਣ ਤੇ ਰੋ ਨਾ। ਉਹ ਤਾਂ ਦਰਗਾਹ ਵਿੱਚ ਗਏ ਨੇ, ਉਹਨਾਂ ਲਈ ਕਿਹਾ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਦਰਗਾਹ ਵਿੱਚ ਵੀ ਉਹਨਾਂ ਦੀ ਸ਼ੋਭਾ ਹੈ। ਉਹਨਾਂ ਨੂੰ ਰੇ ਰੇ ਦਰਗਾਹ ਕਹਿ ਨ ਕੋ ਆਓ ਬੈਠ ਆਦਰ ਸ਼ੁਭ ਦਿਓ। ਬਲਕਿ ਜਦੋਂ ਜਾਣਗੇ ਨਾ ਨਾਮ ਜਪਣ ਵਾਲੇ, ਧਰਮਰਾਜ ਵੀ ਆਪਣਾ ਸਿੰਘਾਸਨ ਛੱਡ ਦਿੰਦਾ ਹੈ ਤੇ ਸਿੰਘਾਸਨ ਛੱਡ ਕੇ ਹੱਥ ਜੋੜ ਕੇ ਇੱਕੋ ਗੱਲ ਕਹਿੰਦਾ ਹੈ, ਅੱਜ ਮੇਰੇ ਵੱਡੇ ਭਾਗ ਨੇ, ਤੁਹਾਡੇ ਚਰਨ ਪਏ ਨੇ, ਤੁਹਾਡੇ ਚਰਨ ਪਏ ਨੇ, ਮੇਰਾ ਤਾਂ ਗ੍ਰਹਿ ਪਵਿੱਤਰ ਹੋ ਗਿਆ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋਸ ਪਵਨ ਪੁਨੀਤ। ਹਰ ਕੇ ਸੇਵਕ ਜੋ ਹਰ ਭਾਏ ਸਤਕਾਰਯੋਗ ਗਿਆਨੀ ਤਰਜੀਤ ਸਿੰਘ ਜੀ ਵਰਗੇ, ਜਿਨ੍ਹਾਂ ਦਾ ਮਨ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਸ਼ਬਦ ਰਾਹੀਂ ਘੜਿਆ ਗਿਆ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ, ਆਵੇਂ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹ ਤਾਂ ਪਾਰ ਬ੍ਰਹਮ ਦੇ ਪ੍ਰਮਾਤਮਾ ਦੇ ਸੰਗੀ ਬਣ ਜਾਂਦੇ ਨੇ, ਮਿੱਤਰ ਬਣ ਜਾਂਦੇ ਨੇ। ਸਤਿਗੁਰ ਨੇ ਬਾਣੀ ਵਿੱਚ ਲਿਖਿਆ ਨਾ, ਬ੍ਰਹਮ ਗਿਆਨੀ ਸਦ ਜੀਵ ਹੈ, ਆਵੇਂ ਨਾ ਜਾਹੇ ਨਾ ਕਬਹੂ ਮਰਤੇ। ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਨਾਨਕ ਮੋਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਹੇ। ਨਾ ਓਏ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਮੈਂ ਸਮਾਂ ਹੋ ਰਿਹਾ, ਇੱਕ ਗਿਆਨੀ ਜੀ ਦਾ ਬਚਨ ਦੁਹਰਾ ਕੇ ਸਮਾਪਤੀ ਕਰਾਂਗਾ। ਜਦੋਂ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ 2006 ਦੇ ਅੰਦਰ ਪੰਜ ਭੂਤਕ ਸਰੀਰ ਦਾ ਤਿਆਗ ਕੀਤਾ। 18 ਫਰਵਰੀ 2006
उन्हां दिनां विच ETC पंजाबी चैनल ते मानयोग मस्कीन साहब जी की कथा आप जी सुनते सी, ज्ञान का सागर। उन्हां दे जाण तो बाद जदों कथा शुरू हुई तो कथा की समाप्ति के बाद चैनल लिखते सी कथा बाय लेट ज्ञानी संत सिंह जी मस्कीन। एक साल वो लिखी गई लेट पंत रतन ज्ञानी संत सिंह जी मस्कीन। जदों अगला साल आया, मस्कीन साहब जी के समागम ते ETC पंजाबी वाले भी आए ते सत्कारयोग ज्ञानी जी भी गए। उदों ज्ञानी जी ने एक बेनती की, कहने लगे ETC पंजाबी वालियां नूं बेनती है कि 5 चीज़ां नूं कदी एक्स नहीं लगता। कोई प्रधान है, जदों प्रधानगी तो हटदा है पिछे एक पूंछ लग जाती है, साबका प्रधान, भूतपूर्व प्रधान, एक्स प्रेजिडेंट। पर कहने लगे 5 नूं कदी एक्स नहीं लगता। 5 किहड़े ने? नाम रहो, साधु रहो, रहो गुर गोबिंद। 4 हो गए, नाम, साधु, गुरु ते गोबिंद। कहो नानक ए जगत में किन जपियो गुरु मंत्र, जिहड़े गुरु मंत्र नूं जपदे ने उन्हां अगे भी कदी एक्स नहीं लगता। कहने लगे मैं बेनती करांगा ETC पंजाबी वालियां नूं भी उन्हां दे नाम दे अगों लेट हटा दिओ। उन्होंने हटा दिता। उदों ज्ञानी जी ने एक होर दृष्टांत दिता सी, वो कह के मैं समाप्ति कर दियांगा। सत्कारयोग ज्ञानी जी कहने लगे भी एक बंदा लंघ रहा है, उस बंदे दे हत्थ विच फुल्लां दा गुलदस्ता है ते फुल्लां दे गुलदस्ते विचों जिहड़े फुल ने, फुल्लां दी महक आ रही है, खुशबू आ रही है। जिहड़ा भी उनदे कोलों लंघदा है फुल्लां दी महक खुशबू लैंदा है। थोड़ा समा बतीत होया, वो बंदा फिर लंघिया। अज लंघिया तो जरूर पर हत्थ विच फुल नहीं, फुल्लां दा गुलदस्ता नहीं, पर फिर भी खुशबू आ रही है, फिर भी खुशबू आ रही है। तो किसी ने सवाल किया, भाई 15-20 दिन पहले तो 15-20 दिन पहले तो तेरे हत्थां विच फुल्लां दा गुलदस्ता सी, वो फुल्लां विचों खुशबू आ रही सी। अज गुलदस्ता नहीं, फुल नहीं, पर खुशबू कित्थों आ रही है? उस बंदे ने बड़ा कमाल का जवाब दिता। कहंदे उदों सरगुण स्वरूप दे विच फुल सन ते अज फुल नहीं, पर फुल्लां दा निर्गुण रूप परफ्यूम सेंट मैं अपने कपड़ियां ते लाया ते अज परफ्यूम दे विचों खुशबू आ रही है। इसे तरह नाम जपण वाले सत्कारयोग ज्ञानी तरजीत सिंह जी वर्गे जब तक वो 5 पूतक सरगुण स्वरूप करके संसार ते रहे, उन्हां दे गुणां दी खुशबू आई। अज भावें वो शरीर करके नहीं, पर विचार करके साडे नाल ने। ताई सानू गुरु साहबाना ने विचार नाल जोड़िया, क्योंकि शरीर तो गुरु साहब दे भी बिनसनहार सन। गुरु नानक साहब ने भी शरीर करके चले गए। गुरु अंगद साहब, गुरु अमरदास जी ते शरीर नूं कोई अहमियत भी नहीं दी। कपड़ रूप सुहावना छड़ दुनिया अंदर जावना, पर जोड़िया सानू किंदे नाल? विचार दे नाल। तो गुरु नानक साहब का रोज बचन पढ़ते हो, अमृत वेला सच नाओ वड़ी आई विचार। गुरु अर्जन साहब का रोज बचन पढ़ते हो, थाल वे तीन वस्तु पइयो सत संतोख विचारो। क्योंकि किसी ने कहा दामन किसी का हाथ से जाता रहा मगर, चले गए शरीर करके ज्ञानी जी। दामन किसी का हाथ से जाता रहा मगर एक रिश्ता ख्यालों का है कि टूटता नहीं। अज भी विचार करके साडे नाल ने। सिक्खी है कि सिक्खी सिक्ख्या गुर विचार। सानू गुरु ने विचार ना जोड़े, विचार कित्थे नहीं जाती। ज्ञानी जी भावें तन करके गए ने, पर विचार करके अज भी साडे नाल ने। वो कहते जब तक फुल्लां दा गुलदस्ता सी, सरगुण स्वरूप सी, वो फुल्लां विचों खुशबू आउंदी सी। अज भावें फुल नहीं, पर निर्गुण रूप परफ्यूम सेंट मैं कपड़ियां ते लाया, अज परफ्यूम दे विचों स्मैल आ रही है। सत्कारयोग ज्ञानी जी सरगुण स्वरूप दे विच रहे,
ਪੰਜ ਪੁੱਤਕ ਸਰੀਰ ਦੇ ਵਿੱਚ ਵੀ ਗੁਣਾ ਦੀ ਖੁਸ਼ਬੂ ਆਈ। ਅੱਜ ਭਾਵੇਂ ਗੁਣਾ ਕਰਕੇ ਸਰੀਰ ਕਰਕੇ ਨਹੀਂ ਪਰ ਵਿਚਾਰਾ ਕਰਕੇ ਸਾਡੇ ਨਾਲ ਨੇ, ਤੇ ਅੱਜ ਵੀ ਉਹਨਾਂ ਦੇ ਵਿਚਾਰਾਂ ਦੀ ਖੁਸ਼ਬੂ ਆ ਰਹੀ ਹੈ। ਤੇ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿ ਰਿਹਾ, ਰਹਿੰਦੀ ਦੁਨੀਆ ਤੱਕ ਆਂਦੀ ਰਹੇਗੀ। ਸਮਾਂ ਹੋ ਗਿਆ। ਮੈਂ ਇੱਕ ਵਚਨ ਕਹਿ ਕੇ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ। ਗਿਆਨੀ ਜੀ ਨਾਲ ਬੜੀਆਂ ਵਿਚਾਰਾਂ ਹੋਈਆਂ, ਤਾਂ ਜ਼ਿੰਦਗੀ ਬਹੁਤ ਵਿਚਰਨ ਦਾ ਮੌਕਾ ਮਿਲਿਆ। ਇੱਕ ਦਿਨ ਮੈਂ ਫਿਰ ਗਿਆਨੀ ਜੀ ਨੂੰ ਸਵਾਲ ਕਰ ਲਿਆ। ਸਵਾਲ ਕੀਤਾ ਮੈਂ ਕਿ ਗਿਆਨੀ ਜੀ ਸੱਚ ਜਾਣਨਾ, ਸੱਚੀ ਦੱਸੋ, ਤੁਸੀਂ ਤਾਂ ਪਹੁੰਚ ਗਏ ਹੋ, ਰੱਬ ਪਾ ਲਿਆ, ਤੇ ਤੁਸੀਂ ਬਾਰ-ਬਾਰ ਕਿਉਂ ਕਹਿੰਦੇ ਹੋ ਮੈਂ ਪਹੁੰਚਿਆ ਨਹੀਂ, ਮੈਂ ਪਹੁੰਚਿਆ ਨਹੀਂ? ਤੇ ਗਿਆਨੀ ਜੀ ਨੇ ਮੈਨੂੰ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ। ਕਹਿੰਦੇ ਬਸ ਚੁੱਪ। ਪਹੁੰਚ ਚੁੱਕੇ ਸਨ। ਸਤਿਗੁਰੂ ਤਰਸ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਅਗਲੇ ਸਮੇਂ ਦੇ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਬਾਜ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਫਿਰ ਆਨੰਦ ਸਾਹਿਬ ਜੀ ਦਾ ਪਾਠ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਬਾਹਰ ਸਤਿਕਾਰਯੋਗ ਗਿਆਨੀ ਜੀ ਦੀ ਜਿਹੜੀ ਜਪਜੀ ਸਾਹਿਬ ਦੀ ਸੀਡੀਆਂ ਨੇ, ਉਹਨਾਂ ਦਾ ਸਟਾਲ ਲੱਗਿਆ ਹੈ, ਉਹ ਆਪ ਜੀ ਜ਼ਰੂਰ ਲੈ ਕੇ ਜਾਣਾ। ਸਾਡਾ ਇੱਕ ਉਦਮ ਚੱਲ ਰਿਹਾ ਹੈ ਕਿ ਛੇਤੀ ਹੀ ਅਸੀਂ ਗਿਆਨੀ ਜੀ ਦੀ ਇੱਕ ਐਪਸ ਲਾਂਚ ਕਰਨ ਲੱਗੇ ਹਾਂ। ਉਹ ਕਿਸੇ ਵੀ ਐਂਡਰੋਇਡ ਫੋਨ ਦੇ ਅੰਦਰ, ਆਈਫੋਨ ਦੇ ਅੰਦਰ ਆਪ ਜੀ ਡਾਊਨਲੋਡ ਕਰਕੇ ਉਹਨਾਂ ਦੀਆਂ ਸਾਰੀਆਂ ਵਿਚਾਰਾਂ, ਸਾਡੇ ਕੋਲ ਫਰੇਮ ਤਿਆਰ ਹੋ ਚੁੱਕਾ ਹੈ, ਬਸ ਸਿਰਫ ਅਸੀਂ ਗਿਆਨੀ ਜੀ ਦੀ ਕਥਾ ਡਾਊਨਲੋਡ ਕਰਨੀ ਹੈ। ਸਤਿਗੁਰੂ ਤਰਸ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਛੇਤੀ ਅਸੀਂ ਡਾਊਨਲੋਡ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।